ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਮਿਸਯੂਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਵੱਲੋਂ ਕੀਤਾ ਗਿਆ। ਇਸ ਗੱਲ ਦੇ ਜ਼ਿੰਮੇਵਾਰ, ਇਸ ਗੱਲ ਦੇ ਦੋਸ਼ੀ ਤੇ ਚਲੋ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੈ ਹੀ ਨੇ, ਪਰ ਇਸ ਚੀਜ਼ ਦੇ ਜ਼ਿੰਮੇਵਾਰ ਮੈਨੂੰ ਲੱਗਦਾ ਆਪਾਂ ਸਾਰੀ ਸਿੱਖ ਸੰਗਤ ਹੈਗੇ ਆ। ਇਸ ਅਕਾਲੀ ਦਲ ਬਾਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਬਣਦੀ ਹੈ ਜੇ ਜਰਾ ਜੀ ਵੀ ਇਹਨਾਂ ਵਿੱਚ ਗੈਰਤ ਜਾਂ ਗੁਰੂ ਘਰ ਦੇ ਪ੍ਰਤੀ ਸ਼ਰਧਾ ਬਚੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਇਮੀਡੀਏਟਲੀ ਸਾਰੀ ਜ਼ਿੰਮੇਵਾਰੀਆਂ ਤੋਂ ਫ੍ਰੀ ਕਰਨ। ਸਿਰਸਾ ਸਾਹਿਬ ਨੇ ਆਪ ਆਪਣੇ ਪਰਸਨਲ ਸਾਈਨਾਂ ਦੇ ਨਾਲ 29,000 ਰੁਪਏ ਦੇ 3 ਚਸ਼ਮੇ ਖਰੀਦੇ ਨੇ ਇਹਦੇ ਦੇਣ। 29,000 ਦਾ ਚਸ਼ਮਾ ਕਿਸੇ ਨੂੰ ਦਾਨ 'ਚ ਦੇਣ ਲਈ ਤਾਂ ਨਹੀਂ ਹੁੰਦਾ, ਔਰ ਕਿਸੇ ਪੋਲੀਟੀਕਲ ਲੀਡਰ ਦੇ ਪਰਸਨਲ ਫੰਕਸ਼ਨ ਦੇ ਲਈ ਲੱਖਾਂ ਰੁਪਏ ਦੇ ਸਟੈਂਟ ਦੀ ਦੁਰਵਰਤੋਂ ਕੀਤੀ ਜੀ। ਅੱਜ ਦੇ ਇਸ ਪ੍ਰੈਸ ਕਾਨਫਰੰਸ ਵਿੱਚ ਸਾਰੇ ਪੱਤਰਕਾਰ ਸਾਥੀਆਂ ਦਾ ਸਵਾਗਤ ਹੈ। ਅੱਜ ਦੀ ਇਹ ਪ੍ਰੈਸ ਵਾਰਤਾ 7 ਨਵੰਬਰ 2020 ਪਰਸੋਂ ਜੋ ਰਾਊਜ਼ ਐਵੇਨਿਊ ਕੋਰਟ ਵੱਲੋਂ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ FIR ਕਰਨ ਦੇ ਆਰਡਰ ਕੀਤੇ ਗਏ ਨੇ, ਉਹਦੇ ਸੰਬੰਧ ਵਿੱਚ ਹੈ। ਬਹੁਤ ਹੀ ਕਈ ਵਾਰੀ ਦਿਲ ਦੁਖਦਾ ਇਸ ਗੱਲ ਨੂੰ ਵੇਖ ਕੇ ਕਿ ਜੋ ਦੁਰਵਰਤੋਂ ਗੁਰਦੁਆਰੇ ਦੀ ਗੋਲਕ ਦੀ ਹੋ ਰਹੀ ਹੈ ਉਹਦਾ ਮਿਆਰ ਕਿੰਨਾ ਡਿੱਗ ਚੁੱਕਿਆ ਹੈ। ਜਦੋਂ ਕੋਈ ਵੀ ਸ਼ਰਧਾਲੂ ਗੁਰਦੁਆਰੇ ਜਾ ਕੇ ਗੋਲਕ ਵਿੱਚ ਪੈਸੇ ਪਾਉਂਦਾ ਹੈ ਤੇ ਉਹ ਇਸ ਭਾਵਨਾ ਨਾਲ ਪਾਉਂਦਾ ਹੈ ਕਿ ਮੇਰੇ ਦਿੱਤੇ ਗਏ, ਮੇਰੇ ਵੱਲੋਂ ਪਾਏ ਗਏ, ਗੁਰੂ ਨੂੰ ਭੇਂਟ ਕੀਤੇ ਗਏ ਗੋਲਕ ਦੇ ਪੈਸੇ ਕਿਸੇ ਚੰਗੇ ਕੰਮ 'ਚ ਲੱਗਣਗੇ, ਜੋ ਗੁਰੂ ਕਾ ਲੰਗਰ ਹੈ ਸ਼ਾਇਦ ਉੱਥੇ ਵਰਤੇ ਜਾਣਗੇ, ਨਹੀਂ ਤੇ ਜੋ ਗੁਰਦੁਆਰਿਆਂ DSGMC ਦੇ ਅੰਡਰ ਸਕੂਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਦੀ ਵਰਤੋਂ ਹੋਏਗੀ, ਜਾਂ ਜੋ ਹਸਪਤਾਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਦੀ ਵਰਤੋਂ ਹੋਏਗੀ। ਪਰ ਜੋ ਇਹਦਾ ਮਿਸਯੂਜ਼ ਪਿਛਲੇ ਕੁਝ ਸਾਲਾਂ ਤੋਂ ਆਪਾਂ ਲਗਾਤਾਰ ਵੇਖਦੇ ਆ ਰਹੇ ਹਾਂ, ਉਹਦਾ ਇੱਕ ਜਿੰਦਾ ਜਾਗਦਾ ਪ੍ਰਮਾਣ ਪਰਸੋਂ ਦਾ ਰਾਊਜ਼ ਐਵੇਨਿਊ ਕੋਰਟ ਦੇ ਆਰਡਰ ਹੈਗੇ ਨੇ, ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਕਿਸ ਤਰੀਕੇ ਲੱਖਾਂ ਰੁਪਏ ਦਾ, ਕਰੋੜਾਂ ਰੁਪਏ ਦਾ ਮਿਸਯੂਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਵੱਲੋਂ ਕੀਤਾ ਗਿਆ। ਇਸ ਗੱਲ ਦੇ ਜ਼ਿੰਮੇਵਾਰ, ਇਸ ਗੱਲ ਦੇ ਦੋਸ਼ੀ ਤੇ ਚਲੋ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੈ ਹੀ ਨੇ, ਪਰ ਇਸ ਚੀਜ਼ ਦੇ ਜ਼ਿੰਮੇਵਾਰ ਮੈਨੂੰ ਲੱਗਦਾ ਆਪਾਂ ਸਾਰੀ ਸਿੱਖ ਸੰਗਤ ਹੈਗੇ ਆ, ਜੋ ਮੈਂਬਰ ਨੂੰ ਚੁਣਦੇ ਵੇਲੇ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਵੀ ਇਹਨਾਂ ਦਾ ਕਿਰਦਾਰ ਕੀ ਹੈ। ਜਿਨ੍ਹਾਂ ਦੇ ਉੱਤੇ ਆਪਾਂ ਸੁਣਿਆ ਸਰੇਆਮ ਲੋਕ ਕਹਿੰਦੇ ਨੇ ਵੀ ਜਿਨ੍ਹਾਂ ਦਾ ਜ਼ਮੀਨਾਂ ਤੇ ਕਬਜ਼ੇ ਕਰਨ ਦਾ ਕਾਰੋਬਾਰ ਰਿਹਾ ਹੈ, ਜਿਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਸਜ਼ਾਵਾਂ ਹੋਈਆਂ ਨੇ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਮਾਮਲੇ 'ਚ, ਐਵੇਂ ਦੇ ਲੋਕਾਂ ਨੂੰ ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾਂਗੇ ਤੇ ਉਹਦੇ ਨਤੀਜੇ ਆਪਾਂ ਸਾਫ਼ ਵੇਖ ਸਕਦੇ ਹਾਂ। ਸਾਫ਼ ਤੌਰ ਤੇ ਨਾ ਲੈ ਕੇ ਇੱਕ ਬਿੱਲ ਦੀ ਡਿਟੇਲ ਦੇ ਕੇ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਕਿਸ ਤਰੀਕੇ ਗੁਰਦੁਆਰੇ ਵਿੱਚ ਘੁਟਾਲੇ ਕੀਤੇ ਗਏ ਨੇ। ਲੱਖਾਂ ਰੁਪਏ ਦੇ ਬਿੱਲ ਲਏ ਗਏ ਨੇ ਜਿਹਦੇ ਵਿੱਚ ਕੋਈ ਵੈਟ ਨੰਬਰ ਨਹੀਂ, ਕੋਈ GST ਨੰਬਰ ਨਹੀਂ, ਕਿਸੇ ਦੇ ਸਾਈਨ ਨਹੀਂ, ਤੇ ਲੱਖਾਂ ਰੁਪਏ ਦੀ ਪੇਮੈਂਟ ਪ੍ਰਧਾਨ ਜੀ ਦੀ ਪ੍ਰਵਾਨਗੀ ਨਾਲ ਵੈਂਡਰਸ ਨੂੰ ਕੀਤੀ ਗਈ ਹੈ। ਹੁਣ ਇਸ ਆਰਡਰ ਆਉਣ ਤੋਂ ਬਾਅਦ FIR ਵੀ ਹੋਈ ਜਾਏਗੀ। ਸਾਨੂੰ ਕੋਈ ਹੈਰਾਨੀ ਨਹੀਂ ਇਸ ਗੱਲ ਦੀ, ਕਿਉਂਕਿ ਆਪਾਂ ਬਹੁਤ ਟਾਈਮ ਤੋਂ ਇਹ ਸਾਰੀ ਚੀਜ਼ਾਂ ਵੇਖਦੇ ਸੀ। ਹੁਣ ਚੰਗਾ ਇਹ ਹੋਇਆ ਕਿ ਇਹ ਚੀਜ਼ਾਂ ਕਾਗਜ਼ਾਂ 'ਤੇ ਉਤਰਨੀ ਸ਼ੁਰੂ ਹੋ ਗਈਆਂ, ਸਬੂਤਾਂ ਦੇ ਨਾਲ, ਕੋਰਟ ਦੇ ਆਰਡਰ ਦੇ ਨਾਲ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈਆਂ। ਮੈਨੂੰ ਤਾਂ ਹੈਰਾਨੀ ਹੋਈ ਸੀ ਪਹਿਲੀ ਵਾਰ ਜਦੋਂ ਮੈਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵਿੱਚ ਸ਼ਰਾਬਾਂ ਵੰਡਦੀ ਵੇਖੀਆਂ, ਜਦੋਂ ਪੈਸੇ ਵੰਡਦੇ ਵੇਖੇ। ਆਪਾਂ ਤੀਸਰੀ ਵਾਰੀ ਸਟੇਟ ਵਿੱਚ ਇਲੈਕਸ਼ਨ ਲੜ ਲਿਆ, ਸਾਨੂੰ ਅੱਜ ਤੱਕ ਇੱਕ ਬੋਤਲ ਸ਼ਰਾਬ ਦੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਪਈ, 1 ਰੁਪਈਆ ਕਿਸੇ ਨੂੰ ਦੇਣ ਦੀ ਲੋੜ ਨਹੀਂ ਪਈ। ਆਪਾਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਦਿੱਲੀ ਦੇ ਲੋਕ ਇਮਾਨਦਾਰੀ ਨਾਲ ਸਾਨੂੰ ਸਪੋਰਟ ਕਰਦੇ ਨੇ। ਪਰ ਜੋ ਸ਼ਖਸ ਗੁਰਦੁਆਰੇ ਦੀ ਸੇਵਾ ਦਾ ਚੋਣ ਲੜ ਰਿਹਾ ਤੇ ਪੈਸੇ ਤੇ ਸ਼ਰਾਬਾਂ ਤੇ ਮੀਟ ਮੁਰਗੇ ਵਾਲੀ ਪਾਰਟੀਆਂ ਕਰਕੇ ਲੋਕਾਂ ਨੂੰ ਇਹ ਕਹਿ ਰਿਹਾ ਵੀ ਮੈਨੂੰ ਵੋਟ ਦਿਓ, ਤੇ ਸੰਗਤ ਇਸ ਚੀਜ਼ ਨੂੰ ਸਮਝ ਲਵੇ ਉਹ ਸੇਵਾ ਕਰਨ ਨਹੀਂ ਆ ਰਿਹਾ, ਉਹ ਇੱਦਾਂ ਦੇ ਘੁਟਾਲੇ ਕਰਨ ਨਹੀਂ ਆ ਰਿਹਾ। ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ ਵਾਲੇ ਨੇ, ਅੱਜ ਕੱਲ੍ਹ ਵੋਟਾਂ ਵੀ ਬਣ ਰਹੀਆਂ ਨੇ। ਆਪਾਂ ਇਹ ਵੀ ਵੇਖਿਆ ਵੀ ਪਿਛਲੇ ਕੁਝ ਸਾਲਾਂ ਤੋਂ ਜੇ 2017 ਦੀ ਗੱਲ ਹੀ ਕਰੀਏ ਤੇ ਬਹੁਤ ਥੋੜੀ ਜਿਹੀ ਵੋਟਾਂ ਕਰਕੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੋ ਜਾਂਦਾ ਹੈ। ਤੇ ਸੰਗਤ ਨੂੰ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਤੇ ਆਪਣੀ ਵੋਟ ਜ਼ਰੂਰ ਬਣਵਾਉਣ, ਉਸ ਤੋਂ ਬਾਅਦ ਵੋਟ ਪੋਲ ਜ਼ਰੂਰ ਕਰਨ ਤੇ ਕਿਹਨੂੰ ਪੋਲ ਕਰ ਰਹੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਕਿ ਚੰਗੇ ਕਿਰਦਾਰ ਵਾਲੇ ਲੋਕ ਆ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਸੰਭਾਲਣ ਤੇ ਜੋ ਸਾਡੇ ਗੁਰੂ ਘਰ ਨੇ ਉਹਨਾਂ ਦੀ ਚੰਗੀ ਸੇਵਾ ਸੰਭਾਲ ਹੋਵੇ, ਗੋਲਕ ਦੀ ਚੰਗੀ ਵਰਤੋਂ ਹੋਵੇ। ਜਿਹੜੇ ਸਕੂਲ ਬੰਦ ਹੋਣ ਦੀ ਕਗਾਰ ਤੇ ਆ ਗਏ ਨੇ,
ਟੀਚਰਸ ਆਏ ਦਿਨ ਧਰਨੇ ਤੇ ਬੈਠੇ ਰਹਿੰਦੇ ਨੇ, ਹਸਪਤਾਲ ਦੀ ਬਿਲਡਿੰਗਾਂ ਖੰਡਰ ਹੋ ਗਈਆਂ ਨੇ। ਇਹ ਸਾਰੀ ਚੀਜ਼ਾਂ ਤੇ ਕਮੇਟੀ ਕੰਮ ਕਰ ਸਕੇ। ਪਿਛਲੇ 8 ਸਾਲਾਂ ਵਿੱਚ ਇਹ ਕਮੇਟੀ ਜਵਾਬ ਦੇ ਕਿ ਜੋ ਸਾਡੇ ਰਿਵਾਇਤੀ ਗੁਰੂ ਸਾਹਿਬ ਦੇ ਪ੍ਰੋਗਰਾਮ ਨੇ ਬਈ ਲੰਗਰ ਦੀ ਪ੍ਰਥਾ ਹੈਗੀ, ਕੀਰਤਨ ਦਰਬਾਰ ਦੀ ਪ੍ਰਥਾ, ਨਗਰ ਕੀਰਤਨ ਦੀ ਪ੍ਰਥਾ ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਸ ਤੋਂ ਇਲਾਵਾ ਕੋਈ ਇੱਕ ਚੰਗਾ ਕੰਮ ਜੋ ਟਾਈਮ ਦੀ ਲੋੜ ਹੈ ਇਸ ਕਮੇਟੀ ਵੱਲੋਂ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਸਾਹਿਬ ਕਰਪਸ਼ਨ ਦੇ ਉਹਨਾਂ ਦੇ ਵੀ ਚਾਰਜ ਲੱਗੇ ਸੀ, ਉਹਨਾਂ ਦੇ ਵੀ ਅਸਤੀਫਾ ਦਿੱਤਾ ਸੀ। ਹੁਣ ਇੱਕ ਜ਼ਿੰਮੇਵਾਰੀ ਸਭ ਤੋਂ ਵੱਡੀ ਇਸ ਅਕਾਲੀ ਦਲ ਬਾਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਬਣਦੀ ਹੈ। ਜੇ ਜਰਾ ਜੀ ਵੀ ਇਹਨਾਂ ਵਿੱਚ ਗੈਰਤ ਜਾਂ ਗੁਰੂ ਘਰ ਦੇ ਪ੍ਰਤੀ ਸ਼ਰਧਾ ਬਚੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਇਮੀਡੀਏਟਲੀ ਸਾਰੀ ਜ਼ਿੰਮੇਵਾਰੀਆਂ ਤੋਂ ਫ੍ਰੀ ਕਰਨ ਤੇ ਉਹਨਾਂ ਨੂੰ ਪਾਰਟੀ ਤੋਂ ਬਰਖਾਸਤ ਕਰਨ। ਉਹ ਕਹਿੰਦੇ ਨੇ ਜੀ ਮੈਂ ਪਾਰਟੀ ਦਾ ਸਭ ਤੋਂ ਵੱਡੇ ਲੀਡਰਾਂ ਵਿੱਚ ਇੱਕ ਲੀਡਰ ਹੈਗਾ, ਤੇ ਜੇ ਪਾਰਟੀ ਦੇ ਲੀਡਰ, ਕਿਉਂਕਿ ਕੁਝ ਖਾਸ ਆਸ ਸੁਖਬੀਰ ਸਿੰਘ ਬਾਦਲ ਜੀ ਤੋਂ ਵੀ ਨਹੀਂ ਹੈਗੀ, ਕਿਉਂਕਿ ਇਸ ਤੋਂ ਕਈ ਗੁਣੇ ਵੱਡੇ ਰਿਕਾਰਡ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਦੇ, ਭਾਵੇਂ ਗੁਰੂ ਸਾਹਿਬ ਦੀ ਬੇਅਦਬੀ ਕਹੀਏ, ਭਾਵੇਂ ਜੋ ਗੁਰੂ ਸਾਹਿਬ ਦੇ ਸਰੂਪ ਉੱਥੇ ਲਾਪਤਾ ਹੋਏ ਨੇ, ਇੱਦਾਂ ਦੇ ਕੰਮ ਕਹੀਏ। ਰੋਜ਼ ਐਸਜੀਪੀਸੀ ਦੇ ਪ੍ਰਬੰਧ ਉੱਪਰ ਵੀ ਸਵਾਲ ਖੜੇ ਹੁੰਦੇ ਨੇ। ਕੋਈ ਖਾਸ ਉਹਨਾਂ ਤੋਂ ਵੀ ਨਹੀਂ ਹੈ, ਪਰ ਜੇ ਉਹਨਾਂ ਨੂੰ ਥੋੜ੍ਹਾ ਬਹੁਤ ਸ਼ਰਧਾ ਬਚੀ ਹੈ ਗੁਰੂ ਘਰ ਦੇ ਪ੍ਰਤੀ ਤੇ ਇਮੀਡੀਏਟਲੀ ਮਨਜਿੰਦਰ ਸਿੰਘ ਸਿਰਸਾ ਨੂੰ ਬਰਖਾਸਤ ਕਰਨ ਤੇ ਇੱਕ ਇੱਦਾਂ ਦਾ ਮੈਸੇਜ ਦੇਣ ਲੋਕਾਂ ਨੂੰ ਕਿ ਹਾਲੇ ਵੀ ਸਾਡੇ ਦਿਲ ਵਿੱਚ ਗੁਰੂ ਘਰ ਦੇ ਪ੍ਰਤੀ ਸ਼ਰਧਾ ਬਚੀ ਹੈ। ਜਿਸ ਕੇਸ ਦੀ ਗੱਲ ਮੇਰੇ ਵੀਰ ਸਰਦਾਰ ਜਰਨੈਲ ਸਿੰਘ ਜੀ ਨੇ ਤੁਹਾਡੇ ਨਾਲ ਕੀਤੀ ਹੈ, ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨਗੀ ਹੋਏਗੀ ਕਿ ਸਿਰਸਾ ਜੀ ਨੇ ਆਪਣੇ ਪੋਲੀਟੀਕਲ ਦਬਾਅ ਦੇ ਨਾਲ ਪੁਲਿਸ ਕੋਲੋਂ ਇਸ ਕੇਸ ਦੀ ਕਲੋਜ਼ਰ ਰਿਪੋਰਟ ਲਿਖਾ ਦਿੱਤੀ ਸੀ। 7 ਤਰੀਕ ਨੂੰ ਜੱਜ ਦੇ ਸਾਹਮਣੇ ਕਲੋਜ਼ਰ ਰਿਪੋਰਟ ਪੁਲਿਸ ਦੀ ਪੇਸ਼ ਹੋਈ ਸੀ, ਜਿਹਨੂੰ ਜੱਜ ਨੇ ਰਿਜੈਕਟ ਕਰਕੇ FIR ਲਿਖਣ ਲਈ ਕੀਤਾ। ਲੇਕਿਨ ਕਿੰਨੀ ਕੁ ਗੁਰੂ ਘਰ ਦੀ ਦੁਰਵਰਤੋਂ ਹੁੰਦੀ ਹੈ ਪੈਸੇ ਦੀ, ਇਹਦੀ ਇੱਕ ਐਗਜ਼ੈਂਪਲ ਹੈ ਕਿ ਸਿਰਸਾ ਸਾਹਿਬ ਨੇ ਆਪ ਆਪਣੇ ਪਰਸਨਲ ਸਾਈਨਾਂ ਦੇ ਨਾਲ 29,000 ਰੁਪਏ ਦੇ 3 ਚਸ਼ਮੇ ਖਰੀਦੇ ਨੇ ਇਹਦੇ ਦੇਣ ਲਈ। ਹੁਣ 29,000 ਦਾ ਚਸ਼ਮਾ ਕਿਸੇ ਨੂੰ ਦਾਨ 'ਚ ਦੇਣ ਲਈ ਤਾਂ ਨਹੀਂ ਹੁੰਦਾ। ਔਰ ਕਿਸੇ ਪੋਲੀਟੀਕਲ ਲੀਡਰ ਦੇ ਪਰਸਨਲ ਫੰਕਸ਼ਨ ਦੇ ਲਈ ਲੱਖਾਂ ਰੁਪਏ ਦੇ ਸਟੈਂਟ ਦੀ ਦੁਰਵਰਤੋਂ ਕੀਤੀ ਗਈ। ਇਹਦੇ ਬਿੱਲ ਜਿਹੜਾ ਆਇਆ ਹੈ ਉਹ ਬਿੱਲ ਬੁੱਕ ਦੇ ਉੱਤੇ ਨਹੀਂ, ਸਿਰਫ ਪੈਡ ਦੇ ਉੱਤੇ ਆ ਕੰਪਨੀ ਦੇ, ਔਰ ਨਾ GST ਨੰਬਰ ਕੰਪਨੀ ਦਾ, ਨਾ ਪੈਨ ਨੰਬਰ, ਨਾ ਕੋਈ ਹੋਰ ਚੀਜ਼, ਔਰ ਮਾਲਕ ਦੇ ਕਿਸੇ ਬੰਦੇ ਦੇ ਸਾਈਨ ਨਹੀਂ ਉਸ ਬਿੱਲ ਦੇ ਉੱਤੇ। ਔਰ ਇਸ ਤੋਂ ਇੱਕ ਵੱਡਾ ਘੁਟਾਲਾ ਜਿਸ ਦੀ ਤਰੀਕ ਕੋਰਟ ਦੇ ਵਿੱਚ ਹੀ 19 ਤਰੀਕ ਨੂੰ ਹੈ, ਤਰਪਾਲਾਂ ਦੀ ਖਰੀਦ ਦਾ, ਜਿਹਦੇ ਚੋਂ ਕੋਈ ਵੀ ਜਿਹੜਾ ਉਹਨੂੰ ਬਚਾ ਨਹੀਂ ਸਕਦਾ ਸਿਰਸਾ ਜੀ ਦੀ ਗ੍ਰਿਫਤਾਰੀ ਨੂੰ। ਉਹਦਾ ਫੈਸਲਾ ਵੀ 19 ਤਰੀਕ ਨੂੰ ਆ ਜਾਣਾ, 19 ਨੂੰ ਕੋਰਟ 'ਚ ਲੱਗਾ ਦਾ ਕੇਸ। ਹੋ ਮੈਂ ਸਮਝਦਾ ਕਿ ਟੱਕਾ ਪੈਸਾ 200 ਪੈਸੇ ਕਰਕੇ ਬੰਦੇ ਜਿਹੜੇ ਅਰਦਾਸਾਂ ਕਰਕੇ ਗੁਰੂ ਘਰ ਦੀ ਗੋਲਕ ਦੇ ਵਿੱਚ ਪੈਸੇ ਪਾਉਂਦੇ ਨੇ, ਉਹਨਾਂ ਦੀ ਦੁਰਵਰਤੋਂ ਉਹ ਬੰਦੇ ਕਰਦੇ ਨੇ ਜਿਨ੍ਹਾਂ ਕੋਲ ਕੋਈ ਪੈਸੇ ਦੀ ਕਮੀ ਨਹੀਂ ਗਿਣੀ ਜਾਂਦੀ। ਜਿਨ੍ਹਾਂ ਦੀ ਆਪਣੇ ਉਹ ਐਫੀਡੇਵਿਟ ਪੜ੍ਹ ਲਓ ਤੁਸੀਂ, ਜਿਹੜਾ ਇਹਨਾਂ ਨੇ ਨਾਮੀਨੇਸ਼ਨ ਪੇਪਰ ਬਣ ਗਿਆ ਤੇ ਕੋਈ ਮੀਆਂ ਬੀਬੀ ਦੀ ਕੋਈ 200 ਕਰੋੜ ਦੇ ਲਗਭਗ ਦੀ ਜਾਇਦਾਦ ਦੱਸਦੇ, ਲੇਕਿਨ ਉਹ ਬੰਦਾ ਗੋਲਕ ਦੇ ਵਿੱਚੋਂ ਇਸ ਤਰ੍ਹਾਂ ਪੈਸੇ ਖਾਂਦਾ ਹੈ, ਇਸ ਤਰ੍ਹਾਂ ਦੀ ਹੇਰਾਫੇਰੀਆਂ ਕਰਦਾ ਹੈ। ਮੈਂ ਸਮਝਦਾ ਕਿ ਇਸ ਤੋਂ ਜ਼ਿਆਦਾ ਕੋਈ ਸ਼ਰਮਨਾਕ ਕੰਮ ਹੋ ਨਹੀਂ ਸਕਦਾ। ਔਰ ਇਸ ਤੋਂ ਬਾਅਦ ਵੀ ਜਿਵੇਂ ਸਰਦਾਰ ਜਰਨੈਲ ਸਿੰਘ ਜੀ ਨੇ ਇਹ ਗੱਲ ਕਹੀ ਕਿ ਕੋਈ ਆਸ ਬਾਦਲ ਸਾਹਿਬ ਦਾ ਉਹਨਾਂ ਦੇ ਪਰਿਵਾਰ ਤੋਂ ਰੱਖੀ ਨਹੀਂ ਜਾ ਸਕਦੀ, ਲੇਕਿਨ ਅਗਰ ਫਿਰ ਵੀ ਉਹਨੂੰ ਕੰਟੀਨਿਊ ਕਰਦੇ ਨੇ ਤੇ ਉਹਨਾਂ ਲਈ ਵੀ ਬੜੀ ਸ਼ਰਮ ਦੀ ਗੱਲ ਹੈ, ਬਹੁਤ ਜ਼ਿਆਦਾ ਉਹਨਾਂ ਲਈ ਵੀ ਇਹ ਜਿਹੜੀ ਇੱਕ ਭੈੜੀ ਗੱਲ ਹੈ। ਔਰ ਕੌਮ ਨੂੰ ਕੋਈ ਜਵਾਬ ਉਹ ਦੇ ਨਹੀਂ ਸਕਦੇ। ਅਸੀਂ ਦਿੱਲੀ ਦੇ ਸਾਰੇ ਸਿੱਖ ਅੱਜ ਇਸ ਗੱਲ ਦੀ ਆਸ਼ਾ ਜ਼ਰੂਰ ਰੱਖਦੇ ਹਾਂ ਕਿ ਕਿਸੇ ਦੀ ਆਤਮਾ ਜ਼ਰੂਰ ਜਾਗ ਜਾਏ ਕਿ 7 ਨਵੰਬਰ ਨੂੰ ਜੋ ਕੋਰਟ 'ਚ ਹੋਇਆ ਤੇ ਜੋ 19 ਨਵੰਬਰ ਨੂੰ ਫਿਰ ਹੋਣ ਵਾਲਾ ਹੈ, ਇਸ ਦੀ ਨਮੋਸ਼ੀ ਤੋਂ ਕੌਮ ਨੂੰ ਬਚਾਇਆ ਜਾਏ ਤੇ ਇਹਨਾਂ ਬੰਦਿਆਂ ਕੋਲੋਂ ਕੌਮ ਨੂੰ ਛੁਟਕਾਰਾ ਦਿਵਾਇਆ ਜਾਏ। ਦਿੱਲੀ ਦੇ ਮੈਂ ਸਮਝਦਾ ਜਰਨੈਲ ਸਿੰਘ ਜੀ ਨੇ ਵੀ ਬੜੀ ਹਿੰਮਤ ਕੀਤੀ, ਜਿਹੜੀ ਇਲੈਕਸ਼ਨ ਕਰਾਈ ਹੈ। ਗੌਤਮ ਜੀ ਨੇ ਵੀ ਕੇਜਰੀਵਾਲ ਸਾਹਿਬ ਦੇ ਕਹਿਣ ਦੇ ਉੱਤੇ ਜਿਹੜੀ ਇਹ ਸਿਲੈਕਸ਼ਨ, ਵਰਨਾ ਤੇ ਇਹ ਤੇ ਇਲੈਕਸ਼ਨ ਵੀ ਸੀ ਹੋਣ ਦੇਣਾ ਚਾਹੁੰਦੇ। ਇਹਨੂੰ ਵੀ ਕੋਰਟ 'ਚੋਂ ਸਟੇ ਕਰਨ ਦੀ ਦੋ ਵਾਰੀ ਕੇਸ ਲਗਾਏ।
ਜਿਹੜੇ ਕੋर्ट ने नहीं सुनिया। लेकिन इलेक्शन हो जाए और पूरी तरह फ्री एंड फेयर चुनाव हो जाए और बिना डर भाव दे हो जाए। कौन जिते इहदा सवाल नहीं, लेकिन डर भाव तो बिना फ्री एंड फेयर इलैक्शन जिदा केजरीवाल साहब ने हुक्म दिता है दिल्ली च हो जाए और अच्छे तो सुचज्जे बंदे गुरुद्वारा कमेटी तो गुरुद्वारा इंतजाम नूं सांभण और इन्हां सब गल्लां तो सानूं छुटकारा मिल सके। गोलक की चोरी ना होए, इंपलाइज नूं वकत तनख्वाह मिल जाए, टीचर धरनियां देण नूं उहनूं करन दी बजाए पढ़ाई वाल ध्यान देण, बच्चों की हल उन्हां दा एक भविख बनाउण। मैं ही शब्द सिर्फ तुहानूं अज कहणी कहांगा फतेह दे। मैं बता देता हूँ, ठीक है। असल मैं हूँ पंजाबी अकेडमी का हमारा प्रेसिडेंट बना। मेरा कहना सिर्फ इतना है कि आप में से हमें सब सारे चश्मे पहनते हैं धूप के, कभी कभी नजर के भी पहनते होंगे। 29,000 का चश्मा कोई भी व्यक्ति किसी को दान में देने के लिए तो नहीं देता। तो 29,000 के 3 चश्मे लिए हैं, 29,000 के। और दूसरा जो केस में संबंधित है वो है टेंट हाउस के प्रति। तो टेंट हाउस का जो बिल आया है वो सिर्फ एक लेटर पैड के ऊपर है जिसपे किसी टेंट हाउस के एम्प्लॉइज के भी साइन नहीं। और टेंट हाउस का जिसका बिल है उसका जीएसटी नंबर भी नहीं है। 60 लाख से ऊपर की पेमेंट है, कोई उसका पैन कार्ड नहीं है, कोई कुछ नहीं है। और इन सारी चीजों के होते हुए किस तरह पेमेंट हो जाती है एक ऐसी बड़ी इलेक्टेड बॉडी की। और इसके बाद एक केस जो 19 तारीख को लगा हुआ है तरपाल घोटाले वाला, उसमें से भी कोई इनको बचा नहीं सकता। जो एक बड़ी बात है कि ये जो 7 नवंबर था केस था, इसमें पुलिस ने क्लोजर रिपोर्ट दे दी है कि है ही कुछ नहीं, मिला ही कुछ नहीं। लेकिन जज साहब ने वो क्लोजर रिपोर्ट रिजेक्ट करके ये ऑर्डर दिया। इतना ही मुझे कहना है। इसमें एक चीज़ और जो सबसे ज़्यादा हैरान करने वाली है, जिस फर्म के ऊपर ये इल्ज़ाम लगे हैं, जिसका नाम कोर्ट के ऑर्डर में लिखा है, नाम भी मैं बता देता हूँ। फर्म का नाम है राइजिंग बॉल वेडिंग एंड इवेंट प्लानर। ये वही फर्म है जो सुखबीर सिंह बादल जी के सरकारी निवास पर शामियाने लगाती है। इसके पहले, इस कमेटी के आने के पहले जो काम 24-25 लाख का होता था गुरुद्वारा कमेटी में, उस काम की ये 70 लाख रुपए पेमेंट की गई है। और ये सेम फर्म सुखबीर सिंह बादल जी के घर पे भी काम करती है। इस फर्म के नाम से ऑर्डर किए गए हैं जिनके फर्जी बिलों के ऊपर गुरुद्वारा कमेटी के प्रधान मनजिंदर सिंह सिरसा द्वारा पेमेंट की गई है। तो बहुत ही शर्मनाक बात है। और अब सवालिया निशान सुखबीर सिंह बादल के ऊपर है, या तो ये साबित कर दें कि मैं इस सारे घोटाले में शामिल हूँ इसलिए मैं मनजिंदर सिंह सिरसा को सस्पेंड नहीं कर रहा, और या फिर ये संदेश दें कि मेरे को अपने गलतियों का पछतावा है, उस पछतावे के आधार पर मैं मनजिंदर सिंह सिरसा को सारी जिम्मेवारियों से मुक्त करता हूं और इनको पार्टी से बर्खास्त करता हूं। जनरल सैकटरी ते प्रधान 2 अहम कड़ियां होंदियां ने किसी भी संस्था दी। जॉइंट सैकटरी जे साइन कर रहे हैं तो उदा इन्हां ते जिम्मेवारी बनती है ना कि वेख लगे बिल आया कि नहीं आया। हुण चीज़ां सारी तुहानूं ते मैनूं गुमराह करने वास्ते कीती जा रही ने, संगत नूं गुमराह करने वास्ते गल्लां कीतियां जा रही ने, जबकि हकीकत यह है कि यही बंदा सुखबीर सिंह बादल जी के घर जाके टेंट लांदा, ਉਹਦੀ पेमेंट गुरुद्वारा कमेटी के अकाउंट 'ਚ ਹੁੰਦੀ है। हकीकत यह है। सर एक गल तुसीं वोटां दी कह रहे हो, मगर वोटां बन नहीं रहीਆਂ ने और बल्क वोटां ਲੈ नहीं रहे। ਅਸੀਂ ਸੰਗਤ ਨੂੰ ਅਪੀਲ ਕਰ ਰਹੇ ਹਾਂ ਤੇ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਵੀ ਗੱਲ ਕੀਤੀ ਹੈ ਕਿ ਜੇ ਕੋਈ ਟੈਕਨੀਕਲ ਉਹਦੇ 'ਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ ਉਹ ਸੁਧਾਰ ਕਰਨ। ਪਰ ਸਭ ਤੋਂ ਅਹਿਮ ਰੋਲ ਇਹਦੇ ਵਿੱਚ ਦਿੱਲੀ ਦੀ ਸੰਗਤ ਦਾ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਵਾਓ, ਵੱਧ ਤੋਂ ਵੱਧ ਵੋਟਾਂ ਪੋਲ ਕਰੋ ਤੇ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਲੈ ਕੇ ਆਓ ਤਾਂ ਕਿ ਗੁਰੂ ਘਰਾਂ ਨੂੰ ਇਹ ਮਹਾਨਤਾ ਤੋਂ ਛੁਡਾਇਆ ਜਾ ਸਕੇ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।